Hello dear students, welcome to my class. I am Priyanka Mahajan, Science Mistress from Government Girls Senior Secondary School, Lohiya Khas, Jalandhar. Students, I'll teach you some important questions for revision purpose. So let us start. Our first question is, what is corrosion? How can you prevent metals from corrosion? What are the ill effects of corrosion? So, firstly we discuss corrosion. Corrosion की है बेटा खोरन की है the process in which metals are eaten up gradually by the action of air, moisture or acid on their surface is called corrosion. So बेटा अजिहा process जिस ਵਿੱਚ metals ਦਾ ਜਿਹੜਾ surface ਹੈ ਉਹ ਹਵਾ ਪਾਣੀ ਜਾਂ ਕਿਸੇ ਤੇਜ਼ਾਬ ਦੇ ਸੰਪਰਕ ਵਿੱਚ ਆ ਕੇ ਖੁਰ ਜਾਂਦਾ ਹੈ। ਇਸ क्रिया ਨੂੰ ਅਸੀਂ corrosion ਖੋਰਨ ਕਹਿੰਦੇ ਹਾਂ। ਫॉर एग्जाम्पल ਰਸਟਿੰਗ ਆਫ ਆਇਰਨ ਲੋਹੇ ਨੂੰ ਜੰਗ ਲੱਗਣਾ corrosion ਦੀ ਹੀ ਇੱਕ ਉਦਾਹਰਨ ਹੈ। ਸੈਕਿੰਡ ਬਲੈਕ ਕੋਟਿੰਗ ਔਨ ਸਿਲਵਰ ਤੁਸੀਂ ਦੇਖਿਆ ਹੋਣਾ ਚਾਂਦੀ ਦੀਆਂ ਚੀਜ਼ਾਂ ਤੇ ਕਾਲੇ ਰੰਗ ਦੀ ਇੱਕ ਪਰਤ ਬਣ ਜਾਂਦੀ ਹੈ ਇਹ ਚਾਂਦੀ ਦਾ ਖੋਰਨ ਹੈ। ਸੋ ਬਲੈਕ ਕੋਟਿੰਗ ਔਨ ਸਿਲਵਰ ਇਜ਼ also an example of corrosion. Third one is green layer on copper. बेटा तांबे ਦੇ ਉੱਪਰ ਹਰੇ ਰੰਗ ਦੀ ਪਰਤ ਜੰਮ ਜਾਂਦੀ ਹੈ ਇਸ ਨੂੰ ਤਾਂਬੇ ਦਾ corrosion ਕਹਿੰਦੇ ਹਨ। So green layer on copper is also an example of corrosion. Now ill effects of corrosion. First is it damages car bodies. ਇਹ ਕਾਰਾਂ ਦੇ ਢਾਂਚਿਆਂ ਨੂੰ ਖਰਾਬ ਕਰ ਦਿੰਦਾ ਹੈ corrosion ਖੋਰਨ। It damages bridges, iron railings. बेटे आयरन दी रेलिंग्स होन पुल होन इन्हां सब ਨੂੰ भी ਖੋਰਨ ਜਿਹੜਾ ਹੈ ਇਹ ਨੁਕਸਾਨ ਪਹੁੰਚਾਉਂਦਾ ਹੈ। It damages iron articles. ਲੋਹੇ ਤੋਂ ਬਣੀਆਂ ਚੀਜ਼ਾਂ ਜੰਗਾਲੀਆਂ ਜਾਂਦੀਆਂ ਹਨ ਤੇ ਖੋਰਨ ਦੇ ਕਾਰਨ ਇਹ ਵੀ ਖਰਾਬ ਹੋ ਜਾਂਦੀਆਂ ਹਨ। It damages monuments. ਜਿਹੜੇ corrosion ਹੈ ਉਸ ਦੇ ਕਾਰਨ ਸਾਡੇ monuments ਸਾਡੇ ਜਿਹੜੇ ਸਮਾਰਕ ਹਨ ਉਹ ਵੀ ਜਿਹੜੇ ਹੈ ਖਰਾਬ ਹੁੰਦੇ ਹੈ ਇਹਨਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਸੋ ਤੁਸੀਂ ਦੇਖਿਆ ਕਿ ਜਿਹੜਾ corrosion ਹੈ ਉਹ ਸਾਡੇ ਲਈ ਹਾਨੀਕਾਰਕ ਹੈ ਤੇ corrosion ਤੋਂ ਬਚਾਅ ਕਰਨਾ ਵੀ ਜ਼ਰੂਰੀ ਹੈ। ਹੁਣ corrosion ਤੋਂ ਬਚਾਅ ਕਰਨ ਦੇ ਕਿਹੜੇ ਢੰਗ ਹਨ ਉਹਨਾਂ ਬਾਰੇ ਅਸੀਂ ਪੜਾਂਗੇ। ਸੋ ਵੀ ਵਿਲ ਡਿਸਕਸ ਮੈਥਡਸ ਟੂ ਪ੍ਰੀਵੈਂਟ corrosion. ਫਸਟ ਮੈਥਡ ਇਜ਼ ਬਾਈ ਪੇਂਟਿੰਗ। ਜਦੋਂ ਧਾਤ ਦੀ ਸਤ੍ਹਾ 'ਤੇ ਤੁਸੀਂ ਪੇਂਟ ਕਰ ਦਿੰਦੇ ਹੋ ਤਾਂ ਉਸ ਦਾ ਸੰਪਰਕ ਬਾਹਰ ਵਾਲੇ ਵਾਤਾਵਰਣ ਵਿੱਚ ਮੌਜੂਦ ਹਵਾ ਪਾਣੀ ਤੇਜ਼ਾਬ ਨਾਲ ਟੁੱਟ ਜਾਂਦਾ ਹੈ ਤੇ ਇਸ ਤਰ੍ਹਾਂ ਉਹ corrosion ਤੋਂ ਬਚ ਜਾਂਦਾ ਹੈ। ਸੈਕਿੰਡ ਇਜ਼ ਬਾਈ ਅਪਲਾਈਂਗ ਗਰੀਸ ਔਰ ਆਇਲ। ਕਿਸੇ ਧਾਤ ਦੀ ਸਤ੍ਹਾ 'ਤੇ ਤੁਸੀਂ ਗਰੀਸ ਜਾਂ ਤੇਲ ਜੇਕਰ ਲਗਾ ਦਿਓ ਤਾਂ ਇਸ ਨੂੰ ਵੀ corrosion ਤੋਂ ਬਚਾਇਆ ਜਾ ਸਕਦਾ ਹੈ। by keeping metal away from moisture. ਤੁਸੀਂ ਆਪਣੀ ਧਾਤ ਨੂੰ ਸਿਲ ਤੋਂ ਦੂਰ ਰੱਖੋ ਤਾਂ ਵੀ ਉਸ ਦਾ corrosion ਨਹੀਂ ਹੋਵੇਗਾ ਉਸ ਦਾ ਖੋਰਨ ਨਹੀਂ ਹੋਵੇਗਾ। by galvanization. galvanization ਇੱਕ process ਹੈ ਜਿਸ ਵਿੱਚ ਜ਼ਿੰਕ ਦੀ ਪਰਤ ਕਿਸੇ ਦੂਜੀ ਧਾਤ 'ਤੇ ਚੜ੍ਹਾਈ ਜਾਂਦੀ ਹੈ ਤਾਂ ਕਿ ਉਸ ਧਾਤ ਨੂੰ corrosion ਤੋਂ ਬਚਾਇਆ ਜਾ ਸਕੇ। ਉਸ ਪ੍ਰੋਸੈਸ ਨੂੰ ਅਸੀਂ ਗੈਲਵਨਾਈਜੇਸ਼ਨ ਕਹਿੰਦੇ ਹਾਂ ਅਤੇ ਕਿਸੇ ਧਾਤ ਦੀ ਗੈਲਵਨਾਈਜੇਸ਼ਨ ਕਰਕੇ ਅਸੀਂ ਉਸ ਧਾਤ ਨੂੰ corrosion ਤੋਂ ਬਚਾ ਸਕਦੇ ਹਾਂ। ਫਿਫਥ ਇਜ਼ ਬਾਈ ਐਲੋਇੰਗ। ਕਿਸੇ ਧਾਤ ਨੂੰ ਉਸ ਦੇ ਐਲੋਏ ਵਿੱਚ ਕਨਵਰਟ ਕਰਕੇ ਅਸੀਂ ਉਸ ਦੀ corrosion ਨੂੰ ਰੋਕ ਸਕਦੇ ਹਾਂ। ਨਾਓ ਨੈਕਸਟ ਇਜ਼ what is rancidity? How it can be prevented. Rancidity ਕੀ ਹੈ ਤੇ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਬੇਟਾ ਰੈਂਸੀਡਿਟੀ ਸਮਝਾਉਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਚੀਜ਼ ਡਿਸਕਸ ਕਰਾਂਗੀ। ਤੁਸੀਂ ਦੇਖਿਆ ਹੋਣਾ ਹੈ ਕਿ ਤਲੀਆਂ ਚੀਜ਼ਾਂ ਜਾਂ ਹੋਰ ਕੋਈ ਚਰਬੀ ਵਾਲੀਆਂ ਚੀਜ਼ਾਂ ਜਦੋਂ ਬਾਹਰ ਰੱਖ ਦਿੱਤੀਆਂ ਜਾਂਦੀਆਂ ਹਨ ਹਵਾ ਦੇ ਸੰਪਰਕ ਵਿੱਚ ਆ ਕੇ ਇਹ ਖਰਾਬ ਹੋ ਜਾਂਦੀਆਂ ਹਨ ਅਤੇ ਇਹਨਾਂ ਦੇ ਟੇਸਟ ਅਤੇ ਸਮੈਲ ਵਿੱਚ ਫਰਕ ਪੈ ਜਾਂਦਾ ਹੈ। ਬਸ ਉਸ ਬਾਰੇ ਹੀ ਅਸੀਂ ਇਸ ਟੌਪਿਕ ਵਿੱਚ ਪੜ੍ਹਨਾ ਹੈ। ਸੋ ਤੁਸੀਂ ਧਿਆਨ ਨਾਲ ਸੁਣੋ। ਵੈਨ ਦਾ ਫੈਟਸ ਐਂਡ ਆਇਲਸ ਪ੍ਰੈਜ਼ੈਂਟ ਇਨ ਫੂਡ ਮਟੀਰੀਅਲ get oxidized by the oxygen of air, they give unpleasant smell and taste. This condition is called rancidity.
ਜਦੋਂ ਬੇਟੇ ਫੈਟਸ ਤੇ ਆਇਲਸ ਜਿਹੜੀਆਂ ਫੂਡ ਵਿੱਚ ਪ੍ਰੈਜ਼ੈਂਟ ਹਨ ਹਵਾ ਦੇ ਸੰਪਰਕ ਵਿੱਚ ਆਉਂਦੀਆਂ ਹਨ ਤੇ ਆਕਸੀਜਨ ਨਾਲ ਕਿਰਿਆ ਕਰਕੇ ਇਹਨਾਂ ਦੀ ਆਕਸੀਡੇਸ਼ਨ ਹੋ ਜਾਂਦੀ ਹੈ, ਇਹ ਆਕਸੀਡਾਈਜ਼ ਹੋ ਜਾਂਦੀਆਂ ਹਨ, ਜਿਸ ਕਰਕੇ ਇਹਨਾਂ ਵਿੱਚੋਂ ਜਿਹੜੀ ਬਹੁਤ ਗੰਦੀ ਜਿਹੀ ਸਮੈਲ ਆਉਂਦੀ ਹੈ ਤੇ ਇਹਨਾਂ ਦਾ ਟੇਸਟ ਵੀ ਵਧੀਆ ਨਹੀਂ ਰਹਿੰਦਾ। ਇਸ ਕੰਡੀਸ਼ਨ ਨੂੰ ਅਸੀਂ ਕੀ ਬੋਲ ਦਿੰਦੇ ਹਾਂ, ਰੈਂਸੀਡਿਟੀ। ਸੋ ਮੈਥਡਸ ਟੂ ਪ੍ਰੀਵੈਂਟ ਰੈਂਸੀਡਿਟੀ। ਹੁਣ ਇਸ ਰੈਂਸੀਡਿਟੀ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਬੇਟਾ, ਇਸ ਲਈ ਡਿਫਰੈਂਟ ਮੈਥਡਸ ਅਸੀਂ ਡਿਸਕਸ ਕਰਾਂਗੇ। ਨੰਬਰ ਫਸਟ ਇਜ਼ ਬਾਈ ਐਡਿੰਗ ਐਂਟੀਆਕਸੀਡੈਂਟਸ ਟੂ ਫੂਡ ਕੰਟੇਨਿੰਗ ਫੈਟਸ ਐਂਡ ਆਇਲਸ। ਜਿਸ ਭੋਜਨ ਪਦਾਰਥ ਵਿੱਚ ਫੈਟਸ ਅਤੇ ਆਇਲਸ ਹਨ ਉਹਨਾਂ ਭੋਜਨ ਪਦਾਰਥਾਂ ਵਿੱਚ ਜੇਕਰ ਅਸੀਂ ਐਂਟੀਆਕਸੀਡੈਂਟਸ ਮਿਲਾ ਦਈਏ, ਮਤਲਬ ਅਜਿਹੇ ਪਦਾਰਥ ਮਿਲਾ ਦਈਏ ਜਿਹੜੇ ਉਹਨਾਂ ਦੀ ਆਕਸੀਡੇਸ਼ਨ ਨੂੰ ਰੋਕ ਦੇਣ, ਤਾਂ ਕੀ ਹੋਏਗਾ, ਰੈਂਸੀਡਿਟੀ ਨੂੰ ਰੋਕਿਆ ਜਾ ਸਕਦਾ ਹੈ। ਫਿਰ ਸੈਕਿੰਡ ਇਜ਼ ਬਾਈ ਫਿਲਿੰਗ ਨਾਈਟ੍ਰੋਜਨ ਗੈਸ ਇਨ ਪੈਕੇਟਸ ਕੰਟੇਨਿੰਗ ਚਿਪਸ। ਬੇਟੇ ਤੁਸੀਂ ਦੇਖਿਆ ਹੋਣਾ ਚਿਪਸ ਦੇ ਪੈਕੇਟਸ ਵਿੱਚ ਇੱਕ ਗੈਸ ਭਰੀ ਹੁੰਦੀ ਹੈ, ਤੁਹਾਨੂੰ ਲੱਗਦਾ ਉਹ ਹਵਾ ਭਰੀ ਹੈ, ਬੇਟੇ ਅਸਲ ਵਿੱਚ ਉਹ ਨਾਈਟ੍ਰੋਜਨ ਗੈਸ ਭਰੀ ਹੁੰਦੀ ਹੈ। ਇਹ ਨਾਈਟ੍ਰੋਜਨ ਗੈਸ ਜਿਹੜੀ ਹੈ ਚਿਪਸ ਨੂੰ ਰੈਂਸੀਡਿਟੀ ਤੋਂ ਬਚਾਉਂਦੀ ਹੈ। ਥਰਡ ਇਜ਼ ਬਾਈ ਕੀਪਿੰਗ ਫੂਡ ਇਨ ਰੈਫਰੀਜਰੇਟਰ। ਤੁਸੀਂ ਫਰਿੱਜ ਵਿੱਚ ਆਪਣੇ ਭੋਜਨ ਪਦਾਰਥਾਂ ਨੂੰ ਰੱਖ ਕੇ ਉਹਨਾਂ ਦੀ ਰੈਂਸੀਡਿਟੀ ਤੋਂ ਬਚਾ ਸਕਦੇ ਹੋ ਉਹਨਾਂ ਨੂੰ। ਬਾਈ ਸਟੋਰਿੰਗ ਫੂਡ ਇਨ ਏਅਰ ਟਾਈਟ ਕੰਟੇਨਰਸ। ਏਅਰ ਟਾਈਟ ਕੰਟੇਨਰਸ ਵਿੱਚ ਆਪਣਾ ਭੋਜਨ ਪਦਾਰਥ ਜਿਹੜਾ ਤੁਸੀਂ ਸਟੋਰ ਕਰ ਸਕਦੇ ਹੋ, ਜਿਸ ਤੋਂ ਉਸ ਦੀ ਰੈਂਸੀਡਿਟੀ ਜਿਹੜੀ ਹੈ ਉਹ ਨਹੀਂ ਹੋਵੇਗੀ। ਬਾਈ ਸਟੋਰਿੰਗ ਫੂਡ ਅਵੇ ਫਰੋਮ ਲਾਈਟ। ਰੋਸ਼ਨੀ ਤੋਂ ਬਚਾ ਕੇ ਵੀ ਜੇ ਤੁਸੀਂ ਆਪਣੇ ਭੋਜਨ ਪਦਾਰਥਾਂ ਨੂੰ ਰੱਖਦੇ ਹੋ ਤਾਂ ਉਹਨਾਂ ਦਾ ਆਕਸੀਡੇਸ਼ਨ ਜਿਹੜਾ ਹੈ ਉਹ ਨਹੀਂ ਹੋ ਪਾਉਂਦਾ ਬਹੁਤ ਤੇਜ਼ੀ ਨਾਲ, ਇਸ ਕਰਕੇ ਉਹ ਰੈਂਸੀਡਿਟੀ ਤੋਂ ਬਚ ਜਾਂਦੇ ਹਨ। ਸੋ ਨੈਕਸਟ ਇਜ਼ what is ozone, how is ozone layer getting depleted। ਕੁਐਸਚਨ ਹੈ ਕਿ ਓਜ਼ੋਨ ਕੀ ਹੈ ਤੇ ਇਹ ਜਿਹੜੀ ਓਜ਼ੋਨ ਦੀ ਲੇਅਰ ਹੈ ਇਹ ਕਿਸ ਤਰ੍ਹਾਂ ਖਤਮ ਹੋ ਰਹੀ ਹੈ। ਇਹ ਚੀਜ਼ਾਂ ਤਾਂ ਅਸੀਂ ਇਸ ਕੁਐਸਚਨ ਵਿੱਚ ਡਿਸਕਸ ਕਰਾਂਗੇ ਹੀ, ਇਸ ਤੋਂ ਇਲਾਵਾ ਤੁਹਾਨੂੰ ਓਜ਼ੋਨ ਬਾਰੇ ਕੁਝ ਹੋਰ ਜਾਣਕਾਰੀ ਵੀ ਦੇਵਾਂਗੇ। ਸੋ ਲੈਟਸ ਸਟਾਰਟ। ਓਜ਼ੋਨ ਇਜ਼ ਅ ਗੈਸ ਵਿਚ ਇਜ਼ ਪੋਇਜ਼ਨਸ ਇਨ ਨੇਚਰ। ਓਜ਼ੋਨ ਇੱਕ ਗੈਸ ਹੈ ਜਿਹੜੀ ਕਿ ਜ਼ਹਿਰੀਲੀ ਹੈ। ਸੈਕਿੰਡ ਇਜ਼ ਇਟ ਇਜ਼ ਡਿਨੋਟਿਡ ਬਾਈ O3। ਜਿਹੜੀ ਓਜ਼ੋਨ ਗੈਸ ਹੈ ਉਸਨੂੰ ਤੁਸੀਂ O3 ਨਾਲ ਡਿਨੋਟ ਕਰਦੇ ਹੋ। ਜਿਸ ਤਰ੍ਹਾਂ ਤੁਸੀਂ ਆਕਸੀਜਨ ਗੈਸ ਨੂੰ O2 ਲਿਖਦੇ ਹੋ ਉਸ ਤਰ੍ਹਾਂ ਓਜ਼ੋਨ ਗੈਸ ਨੂੰ ਅਸੀਂ O3 ਲਿਖਦੇ ਹਾਂ। ਥਰਡ ਇਜ਼ ਇਟ ਇਜ਼ ਫਾਰਮਡ ਹਾਈ ਅਪ ਇਨ ਦਾ ਐਟਮੋਸਫੇਅਰ by the action of ultraviolet radiations on oxygen gas। ਬੇਟਾ ਆਕਸੀਜਨ ਗੈਸ ਦੇ ਉੱਪਰ ਜਦੋਂ ਅਲਟਰਾਵਾਇਲਟ ਰੇਡੀਏਸ਼ਨਸ ਕਿਰਿਆ ਕਰਦੀ ਹੈ ਤਾਂ ਇਹ ਆਕਸੀਜਨ ਐਟਮ ਵਿੱਚ ਟੁੱਟ ਜਾਂਦੀ ਹੈ ਗੈਸ। ਫਿਰ ਆਕਸੀਜਨ ਐਟਮ ਜਿਹੜੇ ਹੈ ਉਹ ਆਕਸੀਜਨ ਗੈਸ ਨਾਲ ਕਿਰਿਆ ਕਰਦੇ ਹਨ ਤੇ ਓਜ਼ੋਨ ਗੈਸ ਦੀ ਫਾਰਮੇਸ਼ਨ ਹੁੰਦੀ ਹੈ। In the upper atmosphere at a height of 15 km to 60 km, there is blue ozone layer which protects Earth from harmful ultraviolet radiations coming from sun। ਬੇਟਾ ਸਾਡੇ ਅਪਰ ਐਟਮੋਸਫੇਅਰ ਵਿੱਚ 15 ਕਿਲੋਮੀਟਰ ਤੋਂ 60 ਕਿਲੋਮੀਟਰ ਦੀ ਹਾਈਟ 'ਤੇ ਬਲੂ ਕਲਰ ਦੀ ਓਜ਼ੋਨ ਲੇਅਰ ਪਾਈ ਜਾਂਦੀ ਹੈ ਤੇ ਇਹ ਲੇਅਰ ਸੂਰਜ ਤੋਂ ਆਉਣ ਵਾਲੀਆਂ ਹਾਰਮਫੁਲ ਅਲਟਰਾਵਾਇਲਟ ਰੇਡੀਏਸ਼ਨਸ ਨੂੰ ਸਾਡੀ ਧਰਤੀ 'ਤੇ ਆਉਣ ਤੋਂ ਰੋਕਦੀ ਹੈ। ਇਟ ਇਜ਼ ਪ੍ਰੈਜ਼ੈਂਟ ਇਨ ਸਟ੍ਰੈਟੋਸਫੇਅਰ। ਤੇ ਬੇਟਾ ਇਹ ਸਟ੍ਰੈਟੋਸਫੇਅਰ ਵਿੱਚ ਪ੍ਰੈਜ਼ੈਂਟ ਹੈ, ਜਿਹੜੀ ਓਜ਼ੋਨ ਲੇਅਰ ਹੈ ਇਹ ਸਟ੍ਰੈਟੋਸਫੇਅਰ ਵਿੱਚ ਪ੍ਰੈਜ਼ੈਂਟ ਹੈ ਤੇ ਇਸਨੇ ਸਾਡੀ ਧਰਤੀ ਦੇ ਆਲੇ ਦੁਆਲੇ ਇੱਕ ਗਿਲਾਫ ਜਿਹਾ ਬਣਾਇਆ ਹੋਇਆ ਹੈ। ਇੰਪੋਰਟੈਂਸ ਆਫ ਓਜ਼ੋਨ ਲੇਅਰ। It absorbs harmful ultraviolet radiations। ਬੇਟੇ UV ਰੇਜ਼ ਲਿਖਿਆ ਮੈਂ, ਉਸ ਦਾ ਮਤਲਬ ਹੈ ਅਲਟਰਾਵਾਇਲਟ ਰੇਡੀਏਸ਼ਨਸ। ਜਿਹੜੀ ਓਜ਼ੋਨ ਪਰਤ ਹੈ ਉਹ ਹਾਰਮਫੁਲ ਅਲਟਰਾਵਾਇਲਟ ਰੇਡੀਏਸ਼ਨਸ ਨੂੰ ਸੋਖ ਲੈਂਦੀ ਹੈ ਤੇ ਧਰਤੀ 'ਤੇ ਆਉਣ ਤੋਂ ਰੋਕਦੀ ਹੈ। ਇਟ ਪ੍ਰੋਟੈਕਟ ਅਸ ਫਰੋਮ ਸਕਿਨ ਕੈਂਸਰ। ਕਿਉਂਕਿ ਇਹ ਹਾਰਮਫੁਲ ਅਲਟਰਾਵਾਇਲਟ ਰੇਜ਼ ਨੂੰ ਧਰਤੀ 'ਤੇ ਨਹੀਂ ਆਉਣ ਦਿੰਦੀ, ਇਸ ਕਰਕੇ ਸਾਡਾ ਚਮੜੀ ਦੇ ਕੈਂਸਰ ਤੋਂ ਬਚਾਵ ਹੋ ਜਾਂਦਾ ਹੈ। ਨੈਕਸਟ
ਰੀਜ਼ਨਸ ਫॉर ਡਿਪਲੀਸ਼ਨ ਆਫ ਓਜ਼ੋਨ ਲੇਅਰ। ਬੇਟਾ ਇਹ ਜਿਹੜੀ ਓਜ਼ੋਨ ਪਰਤ ਹੈ ਇਹ ਨਸ਼ਟ ਹੁੰਦੀ ਜਾ ਰਹੀ ਹੈ। ਹੁਣ ਇਸ ਦਾ ਕਾਰਨ ਕੀ ਹੈ, ਰੀਜ਼ਨ ਕੀ ਹੈ ਕਿ ਓਜ਼ੋਨ ਪਰਤ ਨਸ਼ਟ ਹੋ ਰਹੀ ਹੈ? ਦ ਫਸਟ ਮੇਨ ਰੀਜ਼ਨ ਇਜ਼ ਯੂਜ਼ ਆਫ ਕਲੋਰੋਫਲੋਰੋਕਾਰਬਨ CFC। ਬੇਟੇ ਇਹ ਬਹੁਤ ਹੀ ਹਾਰਮਫੁਲ ਕੈਮੀਕਲ ਹੈ ਓਜ਼ੋਨ ਲੇਅਰ ਲਈ। ਕਲੋਰੋਫਲੋਰੋਕਾਰਬਨ ਜਿਹੜਾ ਕੈਮੀਕਲ ਹੈ ਇਹ ਓਜ਼ੋਨ ਲੇਅਰ ਨੂੰ ਨਸ਼ਟ ਕਰ ਦਿੰਦਾ ਹੈ। Second one is use of methyl chloroform in industries for cold cleaning। ਬੇਟਾ ਕੋਲਡ ਕਲੀਨਿੰਗ ਲਈ ਇੰਡਸਟਰੀ ਵਿੱਚ ਮਿਥਾਈਲ ਕਲੋਰੋਫਾਰਮ ਨਾਮ ਦਾ ਰਸਾਇਣ ਯੂਜ਼ ਹੁੰਦਾ ਹੈ, ਕੈਮੀਕਲ ਯੂਜ਼ ਹੁੰਦਾ ਹੈ, ਇਹ ਵੀ ਓਜ਼ੋਨ ਲੇਅਰ ਨੂੰ ਡਿਪਲੀਟ ਕਰ ਰਿਹਾ ਹੈ। ਥਰਡ ਇਜ਼ ਐਕਸਪਲੋਜਨ ਆਫ ਨਿਊਕਲੀਅਰ ਵੈਪਨਸ। ਇਹ ਜਿਹੜੇ ਪਰਮਾਣੂ ਵਿਸਫੋਟ ਹੁੰਦੇ ਹਨ ਇਹਨਾਂ ਦੇ ਕਾਰਨ ਵੀ ਓਜ਼ੋਨ ਪਰਤ ਨੂੰ ਨੁਕਸਾਨ ਹੁੰਦਾ ਹੈ। ਯੂਜ਼ ਆਫ ਸੁਪਰਸੋਨਿਕ ਜੈਟ ਐਰੋਪਲੇਨਸ। ਜਦੋਂ ਸੁਪਰਸੋਨਿਕ ਜੈਟ ਐਰੋਪਲੇਨਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਇਹ ਵੀ ਨੁਕਸਾਨ ਪਹੁੰਚਾਉਂਦੀ ਹੈ ਸਾਡੀ ਓਜ਼ੋਨ ਲੇਅਰ ਨੂੰ। ਐਂਡ ਯੂਜ਼ ਆਫ ਐਰੋਸੋਲਸ। ਬੇਟਾ ਐਰੋਸੋਲਸ ਜਿਹੜੇ ਹੈ ਉਹਨਾਂ ਦੀ ਵਰਤੋਂ ਨਾਲ ਵੀ ਜਿਹੜੀ ਓਜ਼ੋਨ ਲੇਅਰ ਹੈ ਉਹ ਡਿਪਲੀਟ ਹੋ ਰਹੀ ਹੈ, ਨਸ਼ਟ ਹੋ ਰਹੀ ਹੈ। ਹੁਣ ਓਜ਼ੋਨ ਲੇਅਰ ਨਸ਼ਟ ਹੋ ਰਹੀ ਹੈ ਅਤੇ ਇਸ ਦਾ ਸਾਡੇ ਉੱਤੇ ਅਤੇ ਸਾਡੀ ਧਰਤੀ 'ਤੇ ਬਹੁਤ ਇਲ ਇਫੈਕਟ ਵੀ ਪੈ ਰਿਹਾ। ਹੁਣ ਅਸੀਂ ਉਹੀ ਡਿਸਕਸ ਕਰਨਾ ਹੈ, ਇਫੈਕਟਸ ਆਫ ਡਿਪਲੀਸ਼ਨ ਆਫ ਓਜ਼ੋਨ ਲੇਅਰ। ਬੇਟਾ ਕਿਉਂਕਿ ਓਜ਼ੋਨ ਲੇਅਰ ਜਿਹੜੀ ਹੈ ਉਹ ਡਿਪਲੀਟ ਹੋ ਰਹੀ ਹੈ ਅਤੇ ਅਲਟਰਾਵਾਇਲਟ ਰੇਡੀਏਸ਼ਨਸ ਧਰਤੀ 'ਤੇ ਪਹੁੰਚ ਰਹੀਆਂ ਹਨ ਜਿਸ ਕਰਕੇ ਸਕਿਨ ਕੈਂਸਰ ਜਿਹੜਾ ਹੈ ਉਹ ਵੱਧ ਰਿਹਾ ਹੈ। ਫਿਰ ਸੈਕਿੰਡ ਇਜ਼ ਇਮਿਊਨ ਡੈਫੀਸ਼ੈਂਸੀ ਡਿਸਆਰਡਰਸ। ਬੇਟਾ ਓਜ਼ੋਨ ਲੇਅਰ ਦੇ ਨਸ਼ਟ ਹੋਣ ਦੇ ਕਾਰਨ ਇਮਿਊਨ ਡੈਫੀਸ਼ੈਂਸੀ ਡਿਸਆਰਡਰਸ ਵੀ ਜਿਹੜੇ ਹੈ ਉਹ ਵੱਧ ਰਹੇ ਹਨ। ਫਿਰ ਇਨਕਰੀਜ਼ ਇਨ ਡਿਜ਼ੀਜ਼ਸ ਲਾਈਕ ਆਈ ਕੈਟਰੈਕਟ, ਮੋਤੀਆਬਿੰਦ ਦੀ ਬਿਮਾਰੀ ਵੱਧ ਰਹੀ ਹੈ। ਫਿਰ ਇਕੋਲੋਜੀਕਲ ਇੰਬੈਲੈਂਸ, ਸਾਡੀ ਜਿਹੜੇ ਇਕੋਲੋਜੀਕਲ ਇੰਬੈਲੈਂਸ ਹੈ ਉਹ ਹੋ ਰਿਹਾ ਓਜ਼ੋਨ ਦੀ ਡਿਪਲੀਸ਼ਨ ਦੇ ਕਾਰਨ। ਫਿਰ ਡਿਕਰੀਜ਼ ਇਨ ਮੈਰਾਈਨ ਪਾਪੂਲੇਸ਼ਨ, ਜਿਹੜੇ ਸਮੁੰਦਰੀ ਜੀਵ ਹਨ ਉਹਨਾਂ ਦੀ ਮੌਤ ਹੋ ਰਹੀ ਹੈ ਕਿਉਂਕਿ ਓਜ਼ੋਨ ਲੇਅਰ ਦੇ ਨਸ਼ਟ ਹੋਣ ਦੇ ਬਾਅਦ ਬਹੁਤ ਹਾਰਮਫੁਲ ਰੇਡੀਏਸ਼ਨਸ ਜਿਹੜੀਆਂ ਉਹ ਧਰਤੀ 'ਤੇ ਆਉਂਦੀਆਂ ਹਨ ਅਤੇ ਸਮੁੰਦਰੀ ਜੀਵਾਂ ਨੂੰ ਵੀ ਇਹ ਪ੍ਰਭਾਵਿਤ ਕਰਦੀ ਹੈ। ਫਿਰ ਬੈਕਟੀਰੀਆ ਸੈਲਸ ਗੈਟ ਡਿਸਟਰੋਇਡ। ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਕਾਰਨ ਹਾਰਮਫੁਲ ਜਿਹੜੀ ਰੇਡੀਏਸ਼ਨਸ ਹੈ ਧਰਤੀ 'ਤੇ ਆਉਂਦੀਆਂ ਹੈ ਅਤੇ ਸਾਡੇ ਧਰਤੀ ਦੇ ਜਿਹੜੇ ਵੀ ਮਾਈਕਰੋ ਆਰਗੇਨਿਜ਼ਮਸ ਹੈ, ਬੈਕਟੀਰੀਆ ਵਗੈਰਾ ਹੈ, ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਹਨਾਂ ਨੂੰ ਇਹ ਕਿਲ ਕਰ ਦਿੰਦੀ ਹੈ, ਡਿਸਟਰੋਏ ਕਰ ਦਿੰਦੀ ਹੈ। ਨੈਕਸਟ ਇਜ਼ ਸਟੈਪਸ ਟੂ ਰਿਡਿਊਸ ਓਜ਼ੋਨ ਲੇਅਰ ਡਿਪਲੀਸ਼ਨ। ਹੁਣ ਓਜ਼ੋਨ ਲੇਅਰ ਦਾ ਨਸ਼ਟ ਹੋਣਾ ਜਿਹੜਾ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਕੁਝ ਸਟੈਪਸ ਲਏ ਜਾ ਸਕਦੇ ਹਨ ਜਾਂ ਲਏ ਗਏ ਹਨ, ਅਸੀਂ ਉਹ ਡਿਸਕਸ ਕਰਾਂਗੇ। ਫਸਟ ਇਜ਼ ਬਾਏ ਰਿਡਿਊਸਿੰਗ ਦਾ ਯੂਜ਼ ਆਫ ਕਲੋਰੋਫਲੋਰੋਕਾਰਬਨ CFC। ਬੇਟੇ ਕਲੋਰੋਫਲੋਰੋਕਾਰਬਨ CFC ਦੀ ਘੱਟ ਤੋਂ ਘੱਟ ਵਰਤੋਂ ਕਰਕੇ ਅਸੀਂ ਓਜ਼ੋਨ ਲੇਅਰ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ। ਸੈਕਿੰਡ ਇਜ਼ ਬਾਈ ਕੰਟਰੋਲਿੰਗ ਨਿਊਕਲੀਅਰ ਐਕਸਪਲੋਜਨਸ। ਪਰਮਾਣੂ ਵਿਸਫੋਟ ਜਿਹੜੇ ਆ ਉਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਜਿਸ ਦੇ ਕਾਰਨ ਓਜ਼ੋਨ ਲੇਅਰ ਨਸ਼ਟ ਹੋਣ ਤੋਂ ਬਚ ਸਕਦੀ ਹੈ। ਬਾਈ ਰਿਡਿਊਸਿੰਗ ਦਾ ਯੂਜ਼ ਆਫ ਸੁਪਰਸੋਨਿਕ ਜੈਟ ਐਰੋਪਲੇਨਸ। ਸੁਪਰਸੋਨਿਕ ਜੈਟ ਐਰੋਪਲੇਨਸ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਵੀ ਅਸੀਂ ਓਜ਼ੋਨ ਪਰਤ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ। ਐਂਡ ਲਾਸਟ ਇਜ਼ ਬਾਈ ਰਿਪਲੇਸਿੰਗ CFC ਵਿਦ ਸਮ ਅਦਰ ਮਟੀਰੀਅਲ। ਜਿਹੜੇ ਕਲੋਰੋਫਲੋਰੋਕਾਰਬਨ ਹੈ ਉਸ ਦੀ ਥਾਂ 'ਤੇ ਜੇਕਰ ਕਿਸੇ ਹੋਰ ਰਸਾਇਣ ਦੀ ਵਰਤੋਂ ਹੋ ਸਕੇ ਜਿਹੜਾ ਕਿ ਓਜ਼ੋਨ ਪਰਤ ਵਾਸਤੇ ਹਾਨੀਕਾਰਕ ਨਾ ਹੋਏ ਤਾਂ ਵੀ ਓਜ਼ੋਨ ਪਰਤ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ। ਬੇਟਾ ਮੈਨੂੰ ਉਮੀਦ ਹੈ ਅੱਜ ਦਾ ਟੌਪਿਕ ਤੁਹਾਨੂੰ ਕਾਫੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਤੇ ਤੁਸੀਂ ਇਸ ਨੂੰ ਯਾਦ ਵੀ ਕਰ ਲਓਗੇ। ਥੈਂਕ ਯੂ ਵੈਰੀ ਮੱਚ।